ਪ੍ਰਨਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੋ ਨਾਹੀ ਵਿਸਰਿਆ। ਅਗੰਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ। ਤਾ ਚਰਨ ਸ਼ਰਨ ਜਗਤ ਚਲ ਆਵਹੀ। ਸਤਿਗੁਰ ਆਗਿਆ ਸਤ ਸਤ ਕਰ ਮੰਨੈ ਸਿੱਖ। ਆਗਿਆ ਤਾਹੇ ਸਗਲ ਸੰਸਾਰੈ ਹਿਤਾਵੈ। ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੇ ਸਿੱਖ। ਸਰਬ ਨਿਧਾਨ ਅਗਰ ਭਾਗ ਲਿਵ ਲਾਵੈ। ਸਤਿਗੁਰ ਸਿੱਖਿਆ ਦੇਖਿਆ ਹਿਰਦੈ ਪਰਵੇਸ਼ ਜਾਏ। ਤਾਕੀ ਸੀਖ ਸੁਨਤ ਪਰਮ ਪਦ ਪਾਵੈ। ਸਤਿਗੁਰ ਸਿੱਖਿਆ ਦੇਖਿਆ ਹਿਰਦੈ ਪਰਵੇਸ਼ ਜਾਏ। ਤਾਕੀ ਸੀਖ ਸੁਨਤ ਪਰਮ ਪਦ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵੱਡ ਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੇਸ਼ੱਕ ਅੱਜ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧ, ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਸਮੁੱਚੇ ਪ੍ਰਬੰਧ ਵੱਲੋਂ ਸੇਵਕ ਜਥਾ ਕੜਾਹ ਪ੍ਰਸ਼ਾਦ ਸ਼ਹਿਰ ਦੇ ਵੱਖਰੇ ਵੱਖਰੇ ਇਲਾਕਿਆਂ ਵਿੱਚ ਕਈ ਦਿਨਾਂ ਤੋਂ ਇਹ ਸੁਨੇਹਾ ਦੇਣ ਵਾਸਤੇ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਜਾ ਰਹੇ ਨੇ। ਕੱਲ੍ਹ ਨਗਰ ਕੀਰਤਨ 12 ਵਜੇ ਆਰੰਭ ਹੋ ਕੇ ਰਾਤ ਦੇਰ ਤੱਕ ਵਾਪਸ ਇਸ ਅਸਥਾਨ 'ਤੇ ਆਇਆ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹੋਏ ਨੇ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ, ਪ੍ਰਚਾਰਕ ਸੱਜਣ ਸਿੰਘ ਸਾਹਿਬਾਨ ਗੁਰਮਤਿ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਕੇ ਗਏ ਨੇ। ਕੇਵਲ ਹਾਜ਼ਰੀ ਵਜੋਂ ਆਪ ਜੀ ਦੇ ਨਾਲ ਕੁਝ ਮਿੰਟ ਵਿਚਾਰ ਸਾਂਝੀ ਕਰਨੀ ਹੈ।
ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋਏ ਹੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਭਾਈ ਸਾਹਿਬ ਜੀ ਦਾ ਇੱਕ ਕਵਿਤ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਜਿਸ ਵਿੱਚ ਭਾਈ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਉਣ ਦਾ ਲਾਭ ਕੀ ਹੈ। ਕਿਉਂਕਿ ਜਿਸ ਮਰ ਜੀਵੜੇ ਅਮਰ ਸ਼ਹੀਦ ਬਾਬਾ ਜੀ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ, ਉਹਨਾਂ ਨੇ ਭਾਈ ਸਾਹਿਬ ਜੀ ਦੇ ਇਹ ਬਚਨ ਆਪਣੇ ਜੀਵਨ ਦੇ ਅੰਦਰ ਢੁਕਾਏ, ਇਹਨਾਂ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ। ਗੁਰੂ ਦੀ ਚਰਨ ਸ਼ਰਨ ਵਿੱਚ ਆਪਾਂ ਆਨੇ ਹਾਂ। ਭਾਈ ਸਾਹਿਬ ਆਖਦੇ ਨੇ ਲਾਭ ਕੀ ਹੈ। ਭਾਈ ਸਾਹਿਬ ਕਹਿੰਦੇ ਨੇ ਤੁਹਾਨੂੰ ਨਹੀਂ ਕਹਿਣਾ ਪਵੇਗਾ ਲੋਕਾਂ ਨੂੰ ਕਿ ਮੇਰੀ ਵਡਿਆਈ ਕਰੋ, ਮੇਰੀ ਉਸਤਤ ਕਰੋ, ਮੇਰੀ ਜਿਹੜੀ ਮਸ਼ਹੂਰੀ ਕਰੋ, ਨਹੀਂ। ਤੂੰ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆ, ਤੇਰੀ ਆਪਣੇ ਆਪ ਹੀ ਗੁਰੂ ਦੇ ਕਿਰਪਾ ਨਾਲ ਵਡਿਆਈ ਹੋਵੇਗੀ, ਤੇਰੀ ਜੈ ਜੈਕਾਰ ਹੋਵੇਗੀ। ਪਰ ਆ ਗੁਰੂ ਦੀ ਸ਼ਰਨ ਵਿੱਚ ਤਨ ਕਰਕੇ, ਮਨ ਕਰਕੇ, ਧਨ ਕਰਕੇ ਇਹ ਬਚਨ ਆਪਣੇ ਜੀਵਨ ਦੇ ਅੰਦਰ ਵਸਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਕਿਉਂਕਿ ਭਾਈ ਸਾਹਿਬ ਆਖਦੇ ਨੇ ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਕੀ ਹੋਵੇਗਾ? ਤਾਂ ਚਰਨ ਸ਼ਰਨ ਜਗਤ ਚਲ ਆਵੇ, ਸਾਰਾ ਸੰਸਾਰ ਉਸ ਦੀ ਸ਼ਰਨ ਵਿੱਚ ਆ ਜਾਵੇਗਾ। ਅਗਲਾ ਬਚਨ, ਸਤਿਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨੋ। ਮੈਂ ਬੇਨਤੀ ਕਰਾਂ, ਜਕਾਰੇ ਬੁਲਾਣੇ ਬੜੇ ਸੌਖੇ ਹਨ, ਵਾਵਾ ਕਰਨੀ ਬੜੀ ਸੌਖੀ ਹੈ, ਸਿਰ ਕੀਰਤਨ ਦੇ ਨਾਲ ਮਾਰਨਾ ਵੀ ਬੜਾ ਸੌਖਾ ਹੈ। ਪਰ ਜਿਹੜੇ ਬਚਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ ਨਾ, ਉਹ ਕਮਾਣੇ ਬੜੇ ਔਖੇ ਹਨ। ਸਾਡਾ ਹੱਕ ਹੈ ਅਸੀਂ ਗੁਰੂ ਦੀ ਸ਼ਰਨ ਵਿੱਚ ਆਈਏ, ਸਾਡਾ ਹੱਕ ਹੈ ਅਸੀਂ ਬਾਣੀ ਗਾਈਏ, ਅਸੀਂ ਵਿਚਾਰੀਏ, ਅਸੀਂ ਸੁਣੀਏ। ਪਰ ਇੱਥੇ ਕਾਫੀ ਇਹਨਾਂ ਨਹੀਂ ਸਭ ਕੁਝ। ਗਾਣਾ, ਸੁਣਨਾ, ਵਿਚਾਰਨਾ ਵੀ ਬੜਾ ਜ਼ਰੂਰੀ ਹੈ, ਪਰ ਸਾਧ ਸੰਗਤ ਇੰਨਾ ਕੁਝ ਕਾਫੀ ਨਹੀਂ। ਇਸ ਤੋਂ ਅੱਗੇ ਵੀ ਸਿੱਖਾ ਤੁਝ ਕਰਨਾ ਹੈ ਆਪਣੇ ਜੀਵਨ ਦੇ ਅੰਦਰ। ਉਹ ਕੀ ਕਰਨਾ ਹੈ? ਭਾਈ ਸਾਹਿਬ ਵੀ ਉਹ ਬਚਨ ਕਹਿ ਰਹੇ ਨੇ ਤੇ ਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਬੜੇ ਹੀ ਸੌਖੇ ਢੰਗ ਦੇ ਨਾਲ ਸਾਨੂੰ ਸਮਝਾਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ। ਗਾਵਿਆ ਸੁਨਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਕਿਉਂਕਿ ਸਤਿਗੁਰੂ ਕੀ ਪ੍ਰਤੀਤ ਨ ਆਇਆ, ਸ਼ਬਦ ਨ ਲੱਗੋ ਭਾਓ, ਉਸ ਨੂੰ ਸੁਖ ਨ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੇ ਗੁਰੂ ਤੇ ਪ੍ਰਤੀਤ ਨਹੀਂ, ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ, ਤੇ ਭਾਵੇਂ ਪਿਆਰਿਆ 100 ਵਾਰੀ ਗੁਰੂ ਦੇ ਦਰ ਤੇ ਆ, ਤੈਨੂੰ ਜੀਵਨ ਦੇ ਅੰਦਰ ਸੁੱਖ ਨਹੀਂ ਮਿਲੇਗਾ, ਤੇਰੇ ਅੰਦਰ ਸੁੱਖ ਨਹੀਂ ਆਏਗਾ। ਫਿਰ ਪੰਕਤੀਆਂ ਦੁਹਰਾ ਦੇਵਾਂ, ਸਤਿਗੁਰੂ ਕੀ ਪ੍ਰਤੀਤ ਨ ਆਇਆ, ਸ਼ਬਦ ਨ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਤੇ ਭਾਈ ਸਾਹਿਬ ਆਖਦੇ ਨੇ ਜਿਹੜਾ ਸਤਿਗੁਰੂ ਦੀ ਆਗਿਆ ਸਤ ਸਤ ਕਰਕੇ ਮੰਨ ਲੈਂਦਾ ਹੈ, ਉਹਨੂੰ ਇਹ ਨਹੀਂ ਕਹਿਣਾ ਪੈਂਦਾ ਮੀਡੀਏ ਦੇ ਰਾਹੀਂ ਮੇਰੀ ਗੱਲ ਸੁਣੋ, ਮੇਰੀ ਗੱਲ ਮੰਨੋ। ਨਹੀਂ, ਉਸ ਦੀ ਗੱਲ ਹਰ ਬੰਦਾ ਮੰਨਦਾ ਹੈ ਜਿਹੜਾ ਸਤਿਗੁਰੂ ਦੀ ਆਗਿਆ ਵਿੱਚ ਚੱਲਦਾ ਹੈ। ਫਿਰ ਸਾਰਾ ਸੰਸਾਰ ਉਸ ਦੀ ਆਗਿਆ ਵਿੱਚ ਚੱਲਣ ਲੱਗ ਪੈਂਦਾ ਹੈ, ਕਿਉਂਕਿ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੈ। ਭਾਈ ਸਾਹਿਬ ਆਖਦੇ ਨੇ ਆਗਿਆ ਤਾਂ ਹੀ ਸਗਲ ਸੰਸਾਰੈ ਹਿਤਾਵਈ, ਸਾਰਾ ਸੰਸਾਰ ਉਸ ਦੇ ਹੁਕਮ ਦੀ ਪਾਲਣਾ ਕਰਦਾ ਹੈ। ਫਿਰ ਅੱਗੇ ਭਾਈ ਸਾਹਿਬ ਆਖਦੇ ਨੇ ਸਤਿਗੁਰੂ ਦੀ ਸੇਵਾ ਕਰੇ ਕਿਵੇਂ? ਆਪਾ ਕੁਰਬਾਨ ਕਰਕੇ। ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੇ ਸਿੱਖ। ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਜਦੋਂ ਗੁਰੂ ਦੇ ਦਰ ਤੇ ਆ ਗਏ, ਗੁਰੂ ਨੂੰ ਆਪਾ ਸਮਰਪਿਤ ਕਰ ਦਿੱਤਾ, ਆਖਰੀ ਦਮ ਤੱਕ ਗੁਰੂ ਦੀ ਬੇਅਦਬੀ ਨਹੀਂ ਸਹਾਰੀ।
मैं बेनती करा, कई वारी जवानी विच खून जिहड़ा है ना वो उखलदा है, बुढ़ेपे विच बंदा जिहड़ा है ना वो चुप करके बह जांदा है, अपनियां दियां भी गल्लां सुनदा है, बेगानियां दियां भी सुनदा है। पर मैं बेनती करा, जिस उत्ते गुरु की कृपा है, जिन्हें गुरु नूं आपा कुर्बान कीता होया है। भाई साहब कहंदे ने बाबा दीप सिंह जी ने साध संगत बेअदबी की गल सुनी। बेशक बाबा गुरबख्श सिंह जी पहला ही उन्हां तो साध संगत सतगुरां दी बेअदबी ना सहारदिया होया आपा कुर्बान करके अपने 30 ਸਿੰਘਾਂ ਦੇ सहित आप जी रोज़ जदों अकाल तख्त साहिब के दर्शन करन जांदे हो, हरमंदर साहिब के दर्शन करन जांदे हो, पिछले पासे अस्थान बनिया होया है जिथे बाबा गुरबख्श सिंह जी का ते उन्हां दे साथी ਸਿੰਘਾਂ ਦੇ बारे सारी जानकारी दी हुई है। मैं बेनती करा, बाबा जी नूं 75 साल की उम्र विच ये खबर पुजदी है ते साध संगत गुर की निंदा सुने ना कान वाली गल अपने हिरदे दे अंदर वसा के सतगुर सेवा पाए, प्राण पूजा करे सिख सर्ब निधान अगर भाग दिव लावई। भाई साहब बाबा दीप सिंह जी तुरे ने, भाई साहब आखदे ने उन्हें आपा कुर्बान गुरु तो कीता होया है, क्योंकि भाई दया सिंह जी नूं पुछया गया सी ना 3 आवाज़ां क्यों, ते उस वेले बेनती कीती महाराज तुहाडा सवाल समझ विच नहीं आया। पुछया सवाल तां बड़ा सौखा सी, नंगी तलवार मेरे हाथ विच सीस दी मंग। कहन लगे महाराज इहो तां गल समझ विच नहीं आई, जदों असीं गुरु नानक दे घर विच आ गए उस वेले असीं अपना तन मन धन सब कुछ गुरु नूं अर्पण कर दिता है, क्योंकि ये प्रेम की गली है। इत्थे खेड ओहो ही खेड सकदा है जिहड़ा अपना सीस तली ते धरदा है। साध संगत जिस दिन गुरु दे घर विच आ गए बाबा दीप सिंह जी, उन्होंने सबक सिख लिया, जो तो प्रेम खेलन का चाओ सिर तर तली गली मेरी आओ, इत मार्ग पैर तरीजै सिर दीजै कान न कीजे वाला। ये सबक उन्होंने जदों गुरु दर ते आ गए गुरु नूं आपा समर्पण करके उन्होंने अपने जीवन के अंदर हंडाया। ते मैं बेनती कर रहा सी, जिस दे अंदर सतगुर दी सिक्ख्या उपदेश असर कर जाती है, साध संगत उस कोलों गुरु दी सिक्ख्या उपदेश सुन के सारा संसार परम पदवी नूं प्राप्त करता है। जिहड़ा पद जोगियां नूं प्राप्त नहीं होंदा, जिहड़ा पद साध संगत घर बार त्यागन वालियां नूं प्राप्त नहीं होंदा, गुरु की आग्या विच चलण वाले, गुरु के चरनां नाल जुड़न वाले, गुरु तो आपा कुर्बान करन वाले, गुरु का उपदेश सुनने वाले वो पदवी अपने जीवन के अंदर प्राप्त कर लेंदे ने। क्यों? जिस मिले मन होए आनंद सो सतगुर कहिए, मन की दुविधा बिन सजाए हर परम पद लईए। प्यारिओ बेशक आपा बाबा दीप सिंह जी के जन्म दिहाड़े नूं मुख रख के गुरु की शरण विच आए हाँ। ध्यान रखियो बाबा जी ने बारी नाल किन्ना प्यार कीता है। 4 स्वरूप उस वेले आपे हत्थां दे नाल लिखने, ते जिस पासे लोड़ पैनी किसे सिख नो, भावें बाबा बंदा सिंह बहादुर होन, भावें सरदार आला सिंह होन, जे याद करते ने ते बाबा दीप सिंह जी उन्हां दी इमदाद विच अपना जथा लैके भी जाते ने। ते अखीर विच उन्हां ने ये बचन गुरबाणी दे सिद्ध कर दिते, पुरजा पुरजा कट मरै कबू ना छाडे खेत वाले। सतगुरु कृपा करन, जिवें बाबा दीप सिंह जी बारी नाल ओत-पोत होए, उन्होंने खंडे बाटे दा अमृत कलगीधर पातशाह पासों आप प्राप्त किया ते उन्होंने अपने जीवन के अंदर कमाया। आओ प्यारिओ बाणी ते बाणी नाल जुड़िए, जिन्हां ने अमृत छकिया धन्नवाद। वो अपने जीवन के अंदर साध संगत रहतां दा ध्यान रखन, कुरैतां तो बचन। जिन्हां ने नहीं छकिया जरूर छको, ते जिहड़े भाई किसी कारण करके राह तो भटक गए हैं, केस नहीं रखे, केस गुरु की मोहर है। इस मोहर नूं साबित रखना साडा फर्ज बनदा है। ते सिखा तेरा कोई भी कर्म होवे, भावें खुशी दा भावें गमी दा, तू ये बचन जरूर पढ़दा है, सिक्खी केसां सुआसां संग निभाई। क्योंकि इस केसां सुआसां संग निभान दा भाव की है? तन चलेगा सुआसां नाल, सिक्खी रहेगी केसां नाल। केसां तो बगैर सिक्खी नहीं। फिर बेनती करांगा, ਜਿਹੜੇ ਭੁੱਲ गए ने, भटक गए ने, कुराए पै गए ने,
ਪਤਿਤ ਪੁਨੇ ਦੇ ਵਿੱਚ ਆ ਗਏ ਨੇ। ਜ਼ਰੂਰ ਗੁਰੂ ਦੀ ਕਿਰਪਾ ਦੇ ਪਾਤਰ ਬਣੋ। ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਪ੍ਰਣ ਕਰੋ ਗੁਰੂ ਕੇ ਦਰ ਤੇ ਖੜੇ ਹੋ ਕੇ, ਬਾਬਾ ਜੀ ਦੇ ਅਸਥਾਨ ਤੇ ਖੜੇ ਹੋ ਕੇ, ਕਿ ਅਸੀਂ ਅੱਜ ਤੋਂ ਬਾਅਦ ਕੇਸ ਨਹੀਂ ਕਟਾਂਗੇ। ਜਿਨ੍ਹਾਂ ਨੇ ਕੇਸ ਰੱਖੇ ਨੇ ਉਹ ਪ੍ਰਣ ਕਰੋ ਕਿ ਅਸੀਂ ਅੰਮ੍ਰਿਤ ਧਾਰੀ ਬਣਾਂਗੇ। ਤੇ ਜਿਹੜੇ ਅੰਮ੍ਰਿਤ ਧਾਰੀ ਨੇ ਨਿਤਨੇਮ ਰੋਜ਼ਾਨਾ ਆਪਣੇ ਜੀਵਨ ਦੇ ਅੰਦਰ ਰਹਿਤਾਂ ਦੇ ਵਿੱਚ ਰਹਿ ਕੇ, ਕੁਰੈਤਾਂ ਤੋਂ ਬਚ ਕੇ ਆਪਣਾ ਜੀਵਨ ਜਿਹੜਾ ਬਤੀਤ ਕਰੀਏ। ਸਾਡਾ ਸਾਧ ਸੰਗਤ ਮਨਾਏ ਹੋਏ ਇਹ ਜੋੜ ਮੇਲੇ, ਮਨਾਏ ਹੋਏ ਦਿਹਾੜੇ ਸਕਾਰਥੇ ਹੋ ਜਾਣਗੇ। ਜਿੱਥੇ ਮੈਂ ਸਤਿਗੁਰਾਂ ਦਾ ਧੰਨਵਾਦੀ ਹਾਂ, ਸਮੁੱਚੇ ਪ੍ਰਬੰਧ ਦਾ ਧੰਨਵਾਦੀ ਹਾਂ, ਉੱਥੇ ਆਪ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।